ਮੇਰੇ ਵੱਲੋਂ ਸਾਰੇ ਭੈਣ ਭਾਈਆਂ ਨੂੰ ਸਲਾਮ ਹੋਵੇ, ਜਾਤਕਾਂ ਬਜ਼ੁਰਗਾਂ ਤੇ ਮਾਈਆਂ ਨੂੰ ਸਲਾਮ ਹੋਵੇ। ਅੱਜ ਦੀ ਗੱਲ ਦੇ ਨਾਲ ਨਾਸਿਰ ਜਮੀਲ ਹਾਜ਼ਰ ਖਿਦਮਤ ਹੈ ਔਰ ਅੱਜ ਦੀ ਗੱਲ ਜਿਹੜੀ ਹੈ ਉਹ ਕਲਾਮ ਮੁਕੱਦਸ ਦੀ ਉਸ ਆਇਤ ਦੇ ਨਾਲ ਹੈ ਜਿਹਦੇ 'ਚ ਲਿਖਿਆ ਹੈ ਵੀ ਫਿਲਿੱਪੀਓਂ ਦੇ ਖੱਤ 'ਚ ਬਈ ਤੁਹਾਡੇ 'ਚੋਂ ਕੋਈ ਵੀ ਸ਼ੇਖੀ ਜਾਂ ਤਫਰਕੇ ਜਾਂ ਫਖਰ ਦੇ ਬਾਇਸ ਜਿਹੜਾ ਹੈ ਉਹ ਕੋਈ ਵੀ ਗਲਤ ਗੱਲ ਨਾ ਕਰੇ, ਸਗੋਂ ਤੁਸੀਂ ਹਰ ਇੱਕ ਨੂੰ ਇੱਕ ਦੂਜੇ ਤੋਂ ਬਿਹਤਰ ਜਾਣੋ। ਅੱਛਾ, ਇਹ ਗੱਲ ਜਦੋਂ ਅਸੀਂ ਆਮ ਅੱਜ ਕੱਲ੍ਹ ਆਪਣੇ ਚਰਚ ਦੇ ਵਿੱਚ ਵੇਖਦੇ ਹਾਂ, ਆਪਣੀ ਕਲੀਸਿਆਵਾਂ 'ਚ ਵੇਖਦੇ ਹਾਂ, ਤੇ ਸਿਰਫ ਇਹ ਹੀ ਇੱਕ ਗੱਲ ਹੈ ਜਿਹਦੀ ਸਾਨੂੰ ਕਮੀ ਮਹਿਸੂਸ ਹੁੰਦੀ ਹੈ। ਬਾਕੀ ਫਖਰ ਔਰ ਇੱਕ ਦੂਸਰੇ ਦੇ ਖਿਲਾਫ ਬਦਗੋਈ ਔਰ ਬਾਕੀ ਚੀਜ਼ਾਂ ਜਿਹੜੀਆਂ ਨੇ ਉਹ ਸਾਨੂੰ ਬਦਰਜਾ ਉੱਤਮ ਨਜ਼ਰ ਆਉਂਦੀਆਂ ਨੇ, ਬਲਕਿ ਉੱਤਮ ਤੋਂ ਵੀ ਉੱਤਮ ਨਜ਼ਰ ਆਉਂਦੀਆਂ ਨੇ। ਅੱਛਾ, ਇੰਝ ਹੁੰਦਾ ਹੈ ਬਈ ਹਰ ਕੋਈ ਜਿਹੜਾ ਹੈ ਉਹ ਆਪਣੇ ਆਪ ਨੂੰ ਦੂਜੇ ਨਾਲੋਂ ਬਿਹਤਰ ਜਾਣਦਾ ਹੈ, ਲੇਕਿਨ ਇਹਦਾ ਨੁਕਸਾਨ ਇਹ ਹੁੰਦਾ ਹੈ ਕਿ ਸਾਡੀ ਜਿਹੜੇ ਆਮ ਮਸੀਹੀ ਹੈ ਉਹਨੂੰ ਇਹ ਸਮਝਣ ਦੇ ਵਿੱਚ ਮੁਸ਼ਕਲ ਹੋ ਜਾਂਦੀ ਹੈ ਵੀ ਕਿਹੜਾ ਸਿੱਧਾ ਹੈ, ਕਿਹੜਾ ਸਹੀ ਹੈ, ਕਿਹੜਾ ਚੀਜ਼ਾਂ ਨੂੰ ਖਰਾਬ ਕਰ ਰਿਹਾ ਹੈ। ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਕੁਝ ਇਸ ਤਰ੍ਹਾਂ ਦੀਆਂ ਵੀ ਗੱਲਾਂ ਹੁੰਦੀਆਂ ਨੇ ਜਿਨ੍ਹਾਂ ਨੂੰ ਜਾਣਨ ਵਾਸਤੇ ਸਾਨੂੰ ਨਾ ਸਿਰਫ ਉਹਨਾਂ ਲੋਕਾਂ ਨੂੰ ਮਿਲਣਾ ਚਾਹੀਦਾ ਹੈ ਜਿਹੜੇ ਇਸ ਗੱਲ ਦੇ ਜ਼ਿੰਮੇਦਾਰ ਹੁੰਦੇ ਨੇ, ਪਰ ਨਾਲ ਹੀ ਨਾਲ ਉਹਨਾਂ ਗੱਲਾਂ ਨੂੰ ਕਬੂਲ ਕਰਨ ਦੀ ਵੀ ਲੋੜ ਹੁੰਦੀ ਹੈ ਜਿਹੜੀਆਂ ਉਹਨਾਂ ਵੱਲੋਂ ਆਉਂਦੀਆਂ ਨੇ। ਮੇਰੀ ਮੁਰਾਦ ਚਰਚ ਦੀ ਹਰ ਗੱਲ ਮੰਨਣ ਵਾਸਤੇ ਨਹੀਂ ਹੈ। ਮੇਰਾ ਜਿਹੜਾ ਅੱਜ ਦਾ ਪ੍ਰੋਗਰਾਮ ਹੈ ਉਹ ਪ੍ਰੈਸਬਿਟੇਰੀਅਨ ਚਰਚ ਆਫ ਪਾਕਿਸਤਾਨ ਦੇ ਜਨਰਲ ਅਸੈਂਬਲੀ ਦੇ ਜਿਹੜੇ ਮੋਡਰੇਟਰ ਜਨਾਬ ਜਾਵੇਦ ਗਿੱਲ ਸਾਹਿਬ ਨੇ ਉਹਨਾਂ ਦੇ ਨਾਲ ਹੈ। ਸੋ ਉਹ ਕੀ ਆਖਦੇ ਹਨ, ਉਹ ਕਿੰਝ ਆਖਦੇ ਹਨ, ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਮੋਡਰੇਟਰ ਸਾਹਿਬ, ਅਸੀਂ ਤੁਹਾਡੇ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਆਪਣੇ ਬੜਾ ਰੁੱਝੇ ਵੇਲੇ ਦੇ ਵਿੱਚੋਂ ਸਾਡੇ ਲਈ ਵੇਲਾ ਕੱਢਿਆ ਹੈ। ਮੈਂ ਦਿਲ ਤੋਂ ਤੁਹਾਡਾ ਸ਼ੁਕਰਗੁਜ਼ਾਰ ਹਾਂ ਔਰ ਅੱਜ ਦੀ ਇਸ ਖੂਬਸੂਰਤ ਤੇ ਬੜੀ ਸੋਹਣੀ ਤੇ ਬੜੀ ਅੱਛੀ ਗੱਲ ਕਰਨ ਵਾਸਤੇ ਤੁਸੀਂ ਮੈਨੂੰ ਬੁਲਾਇਆ ਹੈ, ਸੱਦਿਆ ਹੈ ਆਪਣੇ ਪ੍ਰੋਗਰਾਮ ਦੇ ਵਿੱਚ। ਔਰ ਮੈਂ ਨੈਸ਼ਨਲ ਨਿਊਜ਼ ਦਾ ਵੀ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਮੁਨਾਸਬ ਸਮਝਿਆ ਹੈ ਤੇ ਇਹ ਠੀਕ ਸਮਝਿਆ ਤਾਂ ਕਿ ਮੈਨੂੰ ਸੱਦੋ ਇਸ ਪ੍ਰੋਗਰਾਮ 'ਚ ਤੇ ਮੈਂ ਇਸ ਪ੍ਰੋਗਰਾਮ ਦੇ ਵਿੱਚ ਆ ਕੇ ਆਪਣੀ ਗੱਲ ਕਰ ਸਕਾਂ। ਅੱਜ ਦੀ ਗੱਲ ਇਹ ਹੈ ਕਿ ਜਿਹੜੀ ਪ੍ਰੈਸਬਿਟੇਰੀਅਨ ਚਰਚ ਹੈ, ਯਾਨੀ ਇਹਦੀਆਂ ਪ੍ਰੈਸਬਿਟਰੀਜ਼ ਕਿੱਥੇ ਕਿੱਥੇ ਨੇ ਔਰ ਇਹਦਾ ਸਟਰਕਚਰ ਕੀ ਹੈ, ਇਹ ਚਰਚ ਕਿਸ ਤਰ੍ਹਾਂ ਕੰਮ ਕਰਦਾ ਹੈ, ਇਹਦੇ 'ਚ ਤੁਸੀਂ ਕਿਸ ਤਰ੍ਹਾਂ ਕੰਮ ਕਰਦੇ ਹੋ। ਮੈਂ ਸਭ ਤੋਂ ਪਹਿਲਾਂ ਤੇ ਇਹ ਦੱਸਣਾ ਚਾਹਾਂਗਾ तमाम सुनन ते वेखण वालियां नूं कि प्रैसबिटेरियन चर्च ऑफ पाकिस्तान जिहड़ा है वो 1993 च वजूद च आया, लेकिन इहदे बैकग्राउंड च जिहड़े 3 चर्चिस सन साडे सिस्टर चर्च असीं कहने आ। एक अमेरिकन प्रैसबिटेरियन सी जिहदा नाम बाद च पाकिस्तान बन तो लाहौर चर्च काउंसिल ऑफ द यूनाइटेड चर्च इन पाकिस्तान रखा गया, और दूसरा यूपी चर्च यूनाइटेड प्रैसबिटेरियन चर्च ऑफ पाकिस्तान, तो तीसरा साडा सिस्टर चर्च है वो भी प्रैसबिटेरियन है, और ARP एसोसीएट रिफॉर्म्ड प्रैसबिटेरियन चर्च जिहड़ा पुराना नाम कभी साहिवाल मिशन के नाम तो असीं जानते सां। ते 2 चर्च यूनाइट होए 1993 ਦੇ ਵਿੱਚ 92 च मीटिंग का आगाज़ होया। 1993 च सिनड ऑफ द यूपी चर्च ते लाहौर चर्च काउंसिल ਦਾ आपस च मर्जर हो गया तो यूनीयन हुई तो एक यूनाइटेड चर्च फार्म होया 1993 जिहदा एक बाकायदा इंडिपेंडेंट कानून बनया, और वो चर्च नूं रजिस्ट्रार जॉइंट स्टॉक कंपनी च रजिस्टर्ड करवाया गया, और लाहौर चर्च काउंसिल की अपनी एंटिटी खत्म करके और यूपी चर्च की सिनड ऑफ द यूपी चर्च की एंटिटी खत्म करके जिहड़ा नवां नाम दिता गया वो सी प्रैसबिटेरियन चर्च ऑफ पाकिस्तान। तो प्रैसबिटेरियन चर्च ऑफ पाकिस्तान जिहड़ा है उहदी वर्किंग इस तरह है, वो काम इस तरह करता है कि असी ये कह लो कि एक जमहूरी चर्च है, और असी एक हर लोकल रुकन तो मैंबर तो लैके उसकी मर्जी भी जानने कि कोई फैसला करना। जो साडा सब तो छोटा यूनिट है प्रैसबिटेरियन का, असी उन्होंने अपनी सैशन कहने। तो जी सैशन है वो कलीसिया की बुनियादी जिम्मेदार जमात होंदी है जी कलीसिया के लोकल फैसले करती है, जिन्होंने असी आम कैथलिक दे विच असी पैरिश काउंसिल कहने जी पैरिश काउंसिल कहने। कैथलिक सिस्टम चो पैरिश काउंसिल है, लेकिन प्रैसबिटेरियन सिस्टम चो साडी सैशन है। सैशन ते फिर नुमाइंदे जिहड़े ने एक पासबान, एक पादरी साहब, एक उन्हां दा एल्डर, वो जांदा फिर प्रैसबिटेरी विच 10 तो 15 सैशनां होण कलीसियावां एक प्रैसबिटेरी बनदी है। ते प्रैसबिटेरी दा एक मॉडरेटर हुंदा है, एक हुंदा वाइस मॉडरेटर हुंदा है, फिर हुंदा सैकटरी और खजानची, ये 4 ऑफिसर्स होंगे ने प्रैसबिटेरी दे। इस वक्त 24 प्रैसबिटेरीज जिहड़ियां ने उन्हां दे 24 मॉडरेटर्स ने थ्रू आउट पाकिस्तान, पूरे पाकिस्तान तो जनरल असैंबली का फिर एक मॉडरेटर होंगे जिन्होंने असीं मॉडरेटर ऑफ जनरल असैंबली कहने पूरे पाकिस्तान का। तो मेरे को जी खिदमत है, मैं इस वक्त इलैक्टेड मॉडरेटर ना जनरल असैंबली ऑफ द प्रैसबिटेरियन चर्च ऑफ पाकिस्तान का, जिहदे विच साडे 24 प्रैसबिटेरीज ने और वो 24
1/4 ਹਿੱਸਾ ਹਰ ਪ੍ਰੈਸ ਵਿੱਚੋਂ ਆਉਂਦਾ ਹੈ, ਫਿਰ ਜਨਰਲ ਅਸੈਂਬਲੀ, ਔਰ ਜਨਰਲ ਅਸੈਂਬਲੀ ਸਾਲ 'ਚ ਇੱਕ ਦਫਾ ਇਕੱਠੀ ਹੁੰਦੀ ਹੈ। ਇੱਕ ਮੋਡਰੇਟਰ ਜਿਹੜਾ ਉਹ ਕਿੰਨੀ ਦੇਰ ਵਾਸਤੇ ਇਲੈਕਟ ਹੁੰਦਾ ਹੈ? ਜੀ ਜਿਹੜਾ ਸਾਡਾ ਆਈਨ ਹੈ ਰਜਿਸਟਰਾਰ ਜੈਨ ਸਟਾਕ ਕੰਪਨੀ ਰਜਿਸਟਰਡ ਕੀਤਾ ਗਿਆ ਹੈ, ਉਹਦੇ 'ਚ ਇੱਕ ਮੋਡਰੇਟਰ ਦੀ ਮੁੱਦਤ 3 ਸਾਲ ਦੀ ਇੱਕ ਟਰਮ ਹੁੰਦੀ ਹੈ ਜੀ। 3 ਸਾਲ ਲਈ ਇਲੈਕਟ ਹੁੰਦਾ ਹੈ, ਔਰ 3 ਸਾਲ ਤੋਂ ਬਾਅਦ ਫਿਰ ਦੂਜੀ ਟਰਮ ਵਾਸਤੇ ਇਲੈਕਟ ਹੋ ਸਕਦਾ ਹੈ। 2 ਕੰਜ਼ੈਕਟਿਵ ਟਰਮ ਜਿਹੜੇ ਅਸੀਂ ਕਹਿੰਦੇ ਦੋਵੇਂ ਇਕੱਠੀਆਂ ਜਿਹੜੀਆਂ ਨੇ ਉਹ ਟਰਮਾਂ ਲੈ ਸਕਦਾ ਹੈ। ਮਤਲਬ ਇੱਕ ਵਾਰੀ ਬ੍ਰੇਕ ਦਾ ਮਤਲਬ ਫਿਰ 3 ਸਾਲ ਹੀ ਹੋਇਆ ਨਾ, ਕਿਉਂਕਿ ਅਗਰ ਉਹਦੀ ਜਗ੍ਹਾ ਤੇ ਕੋਈ ਹੋਰ ਜੀ ਹੋ ਗਿਆ ਤਾਂ ਬਿਲਕੁਲ, ਫਿਰ 3 ਹਾਂ, ਸਾਲ ਇੱਕ ਟੈਨਿਓਰ ਉਹਨੂੰ ਬ੍ਰੇਕ ਕਰਨਾ ਪਏਗਾ। ਤੇ ਆਇਨ 'ਚ ਤਾਂ 1 ਸਾਲ ਹੈ, ਲੇਕਿਨ ਚूंकि ਜਦੋਂ ਨਵਾਂ ਬੰਦਾ ਆਏਗਾ ਤਾਂ ਉਹ ਇੱਕ ਟਰਮ ਲਈ ਆਏਗਾ ਨਾ, ਤੇ ਉਹਦਾ ਲਾਜ਼ਮੀ ਇੱਕ ਟੈਨਿਓਰ ਉਹਨੂੰ ਖਤਮ ਜਾਣਾ ਪਏ। ਜਨਰਲ ਅਸੈਂਬਲੀ ਨੇ ਤੁਹਾਨੂੰ ਇਲੈਕਟ ਕੀਤਾ, ਮੈਂ ਮੇਰੇ ਵਾਸਤੇ ਤੁਸੀਂ ਵੀ ਮੋਡਰੇਟਰ ਹੀ ਹੋ, ਲੇਕਿਨ ਮਜੀਦ ਐਬਲ ਸਾਹਿਬ ਨੇ ਉਹ ਵੀ ਮੋਡਰੇਟਰ ਹੀ ਨੇ, ਔਰ ਉਹ ਵੀ ਕਲੇਮ ਕਰਦੇ ਨੇ। ਉਹਦੇ ਬਾਅਦ ਅਜਮਲ ਖਾਨ ਸਾਹਿਬ ਨੇ ਫੈਸਲਾਬਾਦ ਤੋਂ, ਉਹ ਵੀ ਆਪਣੇ ਆਪ ਨੂੰ ਮੋਡਰੇਟਰ ਕਹਿੰਦੇ ਨੇ। ਫਿਰ ਅੱਜ ਕੱਲ੍ਹ ਅਲਤਾਫ ਖਾਨ ਸਾਹਿਬ ਦਾ ਵੀ ਅਸੀਂ ਨਾਂ ਸੁਣ ਰਹੇ ਹਾਂ, ਉਹ ਫੈਸਲਾਬਾਦ ਤੋਂ ਨੇ ਉਹ। ਅੱਛਾ, ਇਹ ਕੀ ਮਤਲਬ ਕਿਸ ਤਰ੍ਹਾਂ, ਮਤਲਬ ਕਨਫਿਊਜ਼ਨ ਕੌਣ ਹੈ, ਅਸਲੀ ਕੌਣ ਹੈ? हाँ जी, बड़ा अच्छा सवाल किया है। मैं समझदा कि लोगों को बड़ी रहनुमाई मिलेगी इस गल तो। जिहड़ा जनरल असैंबली का मॉडरेटर सी, जो डॉक्टर अल्ताफ खान साहब सन, वो 3 साल इलैक्ट होए सन 96 तक जी जी, और उन्होंने फाइलिंग जारी होया 96 तक। उस तो बाद फिर नवे मॉडरेटर साहब उन्होंने एक अपना एग्रीमेंट साइन किया और एक मुआदा कंप्रोमाइज डीड साइन हुई बिटवीन दरमियान 2 लोगों के, 2 मॉडरेटर्स के, 2 असैंबलीज के, अजमल ग्रुप ते आर्थर ग्रुप साहब। वो 2 ही ग्रुप सन जो 95 डिवीजन हुई सी, ते 2 ग्रुप सन दोनों, जो एक अजमल साहब मॉडरेटर साहब क्लेम करते सन, लेकिन उन्होंने डॉक्टर आर्थर जेम्स के हक च उन्होंने विड्रॉ कर लिया तो अपना एग्रीमेंट साइन करके, कंप्रोमाइज डीड साइन करके रजिस्टर जैन तक देती कि अज तो बाद मैं अपना मॉडरेटर आर्थर साहब को मानना। साडा इक्को ही इलैक्टेड मॉडरेटर सी जिहड़ा यूनैनिमसली इलैक्ट होए, वो सी डॉक्टर आर्थर जेम्स, जिन्होंने चर्च रिकगनाइज करता सी। और उस तो बाद फिर आर्थर साहब की टनोर चलता रहा। फिर उस तो बाद पादी आरफ सराज साहब 6 साल ही बने। उस तो बाद 2015 जी इजलास बुलाया जेरे सदारत पादी आरफ सराज जी, लेकिन बदकिस्मती नाल वो इजलास जिहड़ा सी वो पोस्टपोन हो गया तो इलैक्शन ना हो सके जी। फिर इलैक्शन दोबारा चूँकि हाउस कभी कॉल ना होया और इलैक्शन ना होए, लेकिन उस इजलास गैर तौर पर एक कंप्रोमाइज़ के तहत एक कह लो पादरी मजीद एबल साहब नूं जिवें पूरी वज़ीर, हाँ जी, पूरी वज़ीर मान लिया कि चलो जी लड़ाई ना पवे, चर्च डिवीजन ना होए, तकसीम ना होए, तो तकसीम तो बचन वास्ते उन्होंने 3 साल बगैर इलैक्शन तो कह लो कि एक सिलैक्ट कर लिया। जिस तरह साडे MP MN हाँ जी, सिलेक्शन जी, सिलेक्ट हो गए, इलैक्ट कभी नहीं हुए, सिलेक्ट हो गए। और उस सिलेक्ट तो बाद 3 साल बाद मुतफिका तौर पर मैं भी उस असैंबली के हिस्सा 3 साल नहीं, लेकिन 18 चूँकि टनोर पूरा हो गया सी जी। ਹੁਣ ਸਾਡਾ ਆਈਨ ਇਹ ਕਹਿੰਦਾ ਹੈ ਅੱਗੋਂ ਤੁਸੀਂ ਫੈਸਲਾ ਖੁਦ ਹੀ ਕਰਨਾ ਕਿ ਕਿਹੜਾ ਅਸਲ ਹੈ ਤੇ ਕਿਹੜਾ ਨਕਲ। ਮੇਰਾ ਕੰਮ ਹੈ ਲੋਕਾਂ ਨੂੰ ਅਗਾਈ ਦੇਣਾ। ਉਹਦੇ ਵਿੱਚ ਉਹਨਾਂ ਦੇ ਨਾਲ ਪਾਦੀ ਅਰਸ਼ਦ ਗਿੱਲ ਸਾਹਿਬ ਸਨ, ਜਿਹੜੇ ਪਾਦੀ ਆਰਫ ਸਰਾਜ ਨਾਲ ਵੀ ਜਨਰਲ ਸੈਕਟਰੀ ਸਨ ਜੀ, ਔਰ ਉਸ ਤੋਂ ਬਾਅਦ 3 ਸਾਲ ਉਹ ਫਿਰ ਪਾਦੀ ਮਜੀਦ ਏਬਲ ਸਾਹਿਬ ਨੇ ਵੀ ਜਨਰਲ ਸੈਕਟਰੀ ਰਹੇ ਜੀ ਜੀ। ਸਾਡਾ ਆਈਨ ਇਹ ਕਹਿੰਦਾ ਹੈ ਕਿ ਜਨਰਲ ਸੈਕਟਰੀ ਜਨਰਲ ਅਸੈਂਬਲੀ ਦਾ ਹਾਊਸ ਕਾਲ ਕਰਦਾ ਹੈ ਜੀ, ਬਿਲਕੁਲ ਇੰਜ ਹੀ ਹੁੰਦਾ, ਔਰ ਕੋਈ ਮੋਡਰੇਟਰ ਆਪਣੇ ਤੌਰ ਤੇ ਨਹੀਂ ਕਾਲ ਕਰ ਸਕਦਾ। ਜਿਹੜੇ 3 ਅਫਸਰਾਨ ਸਨ, चूँकि मजीद एबल साहब के कुछ चार्जिज लग गए तो उन्होंने अपना वो चार्ज जोड़े सी उस वजह तो उस हाउस बुलाया कि उन्होंने भी आओ। सॉरी टू कट यू, हाँ मजीद एबल साहब ते जेडे चार्जेस लगे सन जी, वो सारी दुनिया ਨੂੰ ਪਤਾ ਨੇ, लेकिन ਮੈਨੂੰ ਤੁਸੀਂ ਦੱਸੋ ਉਹ ਚਾਰजेस ਕਲੀਅਰ ਹੋਏ ਕਿ ਨਹੀਂ ਹੋਏ? जी नहीं, वो चूँकि केस पेंडिंग ने, लिटिगेशन चलदियां पईयां ने, तो ਉਹਦੇ ਵਿੱਚ चूँकि इस सन इस वास्ते 2018 च जनरल सैकटरी अरशद गिल साहब ने जी उन्होंने बुला लिया, अपना हाउस बुलाया तो उन्होंने चेयर किया वाइस चेयरमैन ने, क्योंकि जो किसी डिस्प्यूट आता चेयरमैन के दौरान तो फिर वाइस चेयरमैन आइन कहता कि वाइस चेयरमैन चेयर करेगा। तो वाइस चेयरमैन एल्डर अयूब साहब सन, उन्होंने चेयर किया उस हाउस नूं। उस टाइम एग्जैक्टिव सैकटरी सन मेजर जवेद रहमतुल्लाह साहब, वो पिछले 9 साल तो एग्जैक्टिव सैकटरी सन, 6 साल उन्होंने भी रहे सन पादी आरफ सराज साहब नाल, फिर 3 साल पादी मजीद एबल साहब ने भी रहे, फिर उस तो बाद पिछले 3 साल तो मेरे नाल भी वो एग्जैक्टिव सैकटरी सन। अच्छा अच्छा जी ठीक, 3 अफसरान सन ਜਿਹੜੇ ਮੌਜੂਦ ਸਨ, ਜਿਨ੍ਹਾਂ ਦੀ ਮੌਜੂਦਗੀ ਦੇ ਵਿੱਚ ਇਲੈਕਸ਼ਨ ਹੋਇਆ। ਲੀਗਲ ਮੀਟਿੰਗ ਕਾਲ ਕੀਤੀ ਗਈ, ਆਈਨੀ ਤੌਰ ਤੇ ਏਜੰਡਾ ਜਾਰੀ ਕੀਤਾ ਗਿਆ, ਵਾइस चेयरमैन ने मीटिंग चेयर की और उस दौरान उस मीटिंग जी लीगल तो आईनी तो कानूनी मीटिंग सी, ਉਹਦੇ ਵਿੱਚ मैं उस इलैक्शन जो असैंबली एज ए मॉडरेटर इलैक्ट होया। ਮੈਨੂੰ ਇੱਕ ਗੱਲ ਦੱਸੋ ਕਿ, ਲੇਕਿਨ ਇਸ ਗੱਲ ਨੂੰ ਆਪਾਂ ਛੋਟੀ ਗੱਲ ਰੱਖਾਂਗੇ, ਚੰਦ ਲਫ਼ਜ਼ਾਂ 'ਚ ਮੈਨੂੰ ਦੱਸੋ ਕਿ ਇਹ ਜਿਹੜੇ 4 ਮੋਡਰੇਟਰਸ ਨੇ ਜੀ, ਯਾਨੀ
ਜਾਵੇਦ ਗਿੱਲ ਸਾਹਿਬ ਯਾਨੀ ਕਿ ਤੁਸੀਂ, ਜੀ ਮਜੀਦ ਏਬਲ ਸਾਹਿਬ, ਡਾਕਟਰ ਮਜੀਦ ਏਬਲ ਸਾਹਿਬ, ਬਿਲਕੁਲ। ਅਜਮਲ ਖਾਨ ਸਾਹਿਬ, ਅਲਤਾਫ ਖਾਨ ਸਾਹਿਬ, ਤੁਹਾਡਾ ਇੱਕ ਦੂਜੇ ਨੂੰ ਨਾ ਮੰਨਣ ਦਾ ਵਜ੍ਹਾ ਕੀ ਹੈ, ਰੌਲਾ ਕੀ ਹੈ, ਕਿਹੜੀ ਸ਼ੈ ਹੈ ਜਿਹੜੀ ਨਹੀਂ ਵੰਡੀ ਜਾਣ ਦੀ? मैं समझना कि ਇਹ ਬੜਾ ਅੱਛਾ ਸਵਾਲ ਹੈ ਔਰ ਮੈਂ ਇਹ ਸਵਾਲ ਕਾਫੀ ਚੀਜ਼ਾਂ ਨੂੰ ਕਲੀਅਰ ਕਰੇਗਾ। ਹਰ ਸ਼ਖਸ ਜਿਹੜਾ ਆਪਣੇ ਆਪ ਨੂੰ ਕਲੇਮ ਕਰਦਾ ਹੈ, ਅਗਰ ਸਾਡੇ ਕੋਲ ਇੱਕੋ ਹੀ ਪੈਮਾਨਾ ਹੈ ਜਿਹਦੇ ਤਹਿਤ ਅਸੀਂ ਇਕੱਠੇ ਹੋ ਸਕਨੇ ਔਰ ਉਹ ਹੈ ਸਾਡਾ ਪ੍ਰੈਸਬੀਟੀਰੀਅਨ ਚਰਚ ਪਾਕਿਸਤਾਨ ਦਾ ਆਇਨ। ਜੀ ਮੈਂ ਬਾਹਰ ਇਹ ਗੱਲ ਕਹਿ ਚੁੱਕਿਆ ਕਿ ਅਸੀਂ ਸਾਰੇ ਆ ਕੇ ਤਾਂ ਉਸ ਆਇਨ ਨੂੰ ਫਾਲੋ ਕਰੀਏ ਔਰ ਜਿਹੜਾ ਆਇਨ ਕਿ ਜਿਹੜਾ ਉਸ ਆਇਨ ਨੂੰ ਪੂਰਾ ਉਤਰਦਾ ਹੈ, ਆਇਨ ਤੇ ਕੁਆਲੀਫਾਈ ਕਰਦਾ ਹੈ ਔਰ ਆਇਨ ਦੇ ਮੁਤਾਬਕ ਇਲੈਕਟ ਹੋ ਸਕਦਾ ਹੈ, ਉਹ ਆ ਕੇ ਇਲੈਕਟ ਹੋ ਜੇ। ਹੁਣ ਇੱਕ ਬੰਦਾ ਡਾਕਟਰ ਅਜਮਲ ਸਾਹਿਬ ਨੇ, ਉਹਨਾਂ ਦੀ ਉਮਰ ਹੈਗੀ ਹੈ ਇਸ ਟਾਈਮ 75 ਸਾਲ ਤੋਂ ਉੱਤੇ, ਜੀ ਬਿਲਕੁਲ, ਔਰ ਆਇਨ ਕਹਿੰਦਾ ਹੈ ਕਿ 62 ਸਾਲ ਤੋਂ ਬਾਅਦ ਬੰਦਾ ਇਲੈਕਸ਼ਨ ਲੜ ਹੀ ਨਹੀਂ ਸਕਦਾ। ਇਸ ਲਈ ਜਿਹੜੇ ਡਾਕਟਰ ਅਲਤਾਫ ਸਾਹਿਬ ਨੇ, ਉਹਨਾਂ ਦੇ ਭਾਈ ਨੇ ਚੁੱਕਣ ਆਪਣੀ ਅਸੈਂਬਲੀ 'ਚ ਇਲੈਕਟ ਹੋਏ ਨੇ। ਅਗਰ ਅਸੀਂ ਚਾਹੁੰਦੇ ਕਿ ਸਾਡੇ ਉਸ ਤੱਕ ਇਲੈਕਟ ਹੋਣ ਤਾਂ ਸੀ ਮੋਸਟ ਵੈਲਕਮ। ਜਿਹੜਾ ਜਨਰਲ ਹਾਊਸ ਸਾਰੇ ਉਸਨੇ, ਅੱਛਾ ਜਨਰਲ ਹਾਊਸ ਤੋਂ ਨਹੀਂ, ਉਹ ਆਪਣੀ ਪ੍ਰੈਸਬਿਟਰੀ ਤੋਂ ਜੀ ਆਪਣਾ ਉਹਨਾਂ ਨੇ ਚੁੱਕੇ ਗਰੁੱਪ ਬਣਾਇਆ ਤੇ ਉਸ ਗਰੁੱਪ 'ਚ ਇਲੈਕਟਡ ਨੇ। ਓਕੇ, ਅਗਰ ਜਿਹੜਾ ਗਰੁੱਪ ਆਰਥਰ ਜੇਮਸ ਦਾ ਗਰੁੱਪ ਹੈ, ਜਿਹਨੂੰ ਇਲੈਕਟਡ ਗਰੁੱਪ ਹੈ, ਜਿਹਨੂੰ ਅਦਾਰੇ ਮੰਨਦੇ ਸਨ, ਜਿਹਨੂੰ ਸਾਰੇ ਮੰਨਦੇ ਸਨ, ਤੇ ਮੈਂ ਉਸ ਗਰੁੱਪ ਦੀ ਕੰਟੀਨਿਊਟੀ 'ਚ ਆਇਆ। ਓਕੇ ਓਕੇ, ਔਰ ਉਹਦੀ ਜੈਨੂਇਨ ਜਿਹੜੀ ਮੀਟਿੰਗ ਕਾਲ ਕੀਤੀ ਗਈ ਉਹ ਪਾਦਿਆਸ਼ਤ ਗਿੱਲ ਨੇ ਕੀਤੀ ਔਰ ਉਸ ਮੀਟਿੰਗ 'ਚ ਸਾਰੇ ਮੌਜੂਦ ਸਨ ਔਰ ਇੱਕ ਬੜਾ ਵੱਡਾ ਹਾਊਸ ਜਨਰਲ ਅਸੈਂਬਲੀ ਕਾਲਡ ਹੋਈ, ਲੀਗਲ ਲੋਕ ਸਨ ਔਰ ਉਹਦੇ ਵਿੱਚ ਮੈਨੂੰ ਇਲੈਕਟ ਕੀਤਾ ਗਿਆ। ਇਸ ਲਈ ਮੈਂ ਇਹ ਕਲੇਮ ਨਹੀਂ ਕਰਦਾ, ਮੈਂ ਕਹਿ ਸਕਦਾ ਕਿ ਮੈਂ ਲੀਗਲੀ ਆਇਨੀ ਤੌਰ ਤੇ ਇਲੈਕਟਡ ਮੋਡਰੇਟਰ। ਬਾਕੀ ਦੋ ਜਿਹੜੇ ਨੇ, ਬਾਕੀ ਮਤਲਬ ਇੱਕ ਜਿਹੜੇ ਨੇ, ਇੱਕ ਤੁਸੀਂ ਹੋ ਤੇ ਇੱਕ ਜੀ, ਉਹ ਤੇ ਜਿਹੜਾ ਦਾ ਗਰੁੱਪ ਹੈ ਨਾ। ਹੁਣ ਡਾਕਟਰ ਮਜੀਦ ਏਬਲ ਸਾਹਿਬ ਨੂੰ ਮੈਂ ਵੀ ਦੱਸਣਾ ਚਾਹਾਂਗਾ ਕਿ ਚੂੰਕਿ ਮੇਰੇ ਕਲਾਸ ਫੈਲੋ ਨੇ, ਮੇਰੇ ਦੋਸਤ ਵੀ ਨੇ, ਅਸੀਂ ਇਕੱਠੇ ਪੜ੍ਹਦੇ ਰਹੇ ਅਸੈਂਬਲੀ ਗੁਜਰਾਂਵਾਲਾ 'ਚ, ਤੇ ਮੈਂ 2002 'ਚ ਉਹਨਾਂ ਨੂੰ ਅਪਾਇੰਟ ਕੀਤਾ ਸੀ ਐਜ਼ ਏ ਨੌਲੱਖਾ ਚਰਚ ਦਾ ਪਾਸਬਾਨ। ਜੀ ਜੀ, ਉਹਦੀ ਇੰਸਟਾਲੇਸ਼ਨ ਮੈਂ ਕੀਤੀ, ਮੇਰੀ ਮੋਡਰੇਟਰਸ਼ਿਪ 'ਚ ਹੋਈ, ਮੈਂ ਇੰਸਟਾਲੇਸ਼ਨ ਲੈਟਰ ਸਾਈਨ ਕੀਤਾ ਉਹਨਾਂ ਦਾ। ਮੈਂ ਉਸ ਟਾਈਮ ਵੀ ਮੋਡਰੇਟਰ ਸਨ ਲਾਹੌਰ ਪ੍ਰੈਸਬਿਟਰੀ ਦਾ। ਮੈਨੂੰ ਇਹ ਸ਼ਰਫ ਹਾਸਲ ਹੈ ਕਿ ਮੈਂ ਆਪਣੇ ਬਜ਼ੁਰਗ ਪਾਸਬਾਨ ਪਾਦੀ ਅਡਗਰਾਮ ਖਾਨ ਸਾਹਿਬ ਨੂੰ ਨੌਲੱਖਾ ਚਰਚ ਦੀ ਪਾਸਬਾਨੀ ਖਿਦਮਤ ਤੋਂ 42 ਸਾਲ ਸਰਵਿਸਿਜ਼ ਕਰਨ ਤੋਂ ਬਾਅਦ ਮੈਂ ਬਤੌਰ ਮੋਡਰੇਟਰ ਲਾਹੌਰ ਪ੍ਰੈਸਬਿਟਰੀ ਨੂੰ ਰਿਟਾਇਰ ਕੀਤਾ ਔਰ ਪਾਦੀ ਮਜੀਦ ਏਬਲ ਨੂੰ ਮੈਂ ਇੰਸਟਾਲ ਕੀਤਾ। ਯਾਨੀ ਮੈਂ ਦੂਸਰੇ ਲਫ਼ਜ਼ਾਂ 'ਚ ਸਮਝਾਂ ਕਿ ਬਤੌਰ ਮੋਡਰੇਟਰ ਆਫ ਦੀ ਪ੍ਰੈਸਬਿਟਰੀਅਨ ਚਰਚ ਆਫ ਲਾਹੌਰ ਤੁਸੀਂ ਪਾਸਟਰ ਡਾਕਟਰ ਮਜੀਦ ਏਬਲ ਸਾਹਿਬ ਨੂੰ ਖੁਦ ਉੱਥੇ ਇੰਸਟਾਲ ਕੀਤਾ, ਉੱਥੇ ਯਾਨੀ ਆਪ ਰੱਖਿਆ? ਜੀ ਐਗਜ਼ੈਕਟ, ਮੈਂ ਹੀ ਉਹਨਾਂ ਨੂੰ ਅਪਾਇੰਟ ਕੀਤਾ। ਫਿਰ ਤੁਹਾਡਾ ਤੇ ਉਹਨਾਂ ਦਾ ਹੁਣ ਰੌਲਾ ਕੀ ਰਹਿ ਗਿਆ? ਰੌਲਾ ਕੋਈ ਨਹੀਂ, ਹੁਣ ਤੇ ਇਹ ਰੌਲਾ ਹੈ ਕਿ ਵੇਖੋ 6 ਸਾਲ ਉਹਨਾਂ ਦੇ ਨਾ ਆਪਣੇ ਗਰੁੱਪ ਵਿੱਚ ਵੀ ਪੂਰੇ ਹੋ ਚੁੱਕੇ ਨੇ। ਅੱਛਾ, ਉਹਨਾਂ ਨੂੰ ਹੁਣ ਵੈਸੇ ਉਹ ਤਾਂ ਉਹਨਾਂ ਦਾ ਆਪਣਾ ਹੀ ਰੌਲਾ ਪੈ ਗਿਆ ਤੇ ਸਾਡਾ ਤਾਂ ਰੌਲਾ ਰਹਿ ਨਹੀਂ ਨਾ ਗਿਆ, ਕਿਉਂਕਿ ਉਹਨਾਂ ਦੇ ਆਪਣੇ ਗਰੁੱਪ ਦੇ ਜਿਹੜੇ ਲੋਕ ਨੇ, ਚੁੱਕੇ ਜ਼ਾਹਿਰ ਹੈ ਨਹੀਂ ਤੌਰ ਤੇ ਉਹਨੇ ਕਹਿਣਾ ਕਿ ਅਸੀਂ ਨਹੀਂ ਮੰਨਦੇ, ਤੇ ਇਸ ਲਈ ਮੈਂ ਸਮਝਦਾ ਕਿ ਉਹਨਾਂ ਦਾ ਉਸ ਗਰੁੱਪ 'ਚ ਵੀ 6 ਸਾਲ ਪੂਰੇ ਹੋ ਚੁੱਕੇ ਨੇ। ਅੱਛਾ, ਇਹ ਸਾਰੇ ਗਰੁੱਪਸ ਜਿਹੜੇ ਨੇ ਇਹ ਤੁਹਾਨੂੰ ਆਪਣਾ ਮੋਡਰੇਟਰ ਮੰਨਣ ਲਈ ਤਿਆਰ ਨੇ? ਜੀ ਮੈਂ ਇਹ ਕਹਿਣਾ ਕਿ ਸਾਰੇ ਆਉਣ, ਜਿਹੜਾ ਸਾਡਾ ਰੋਲ ਹੈ ਆਇਨ ਦੇ ਮੁਤਾਬਕ, ਉਹਦੇ ਮੁਤਾਬਕ ਹਾਊਸ ਕਾਲ ਕਰ ਲੈਣ, ਤੇ ਜ਼ਰੂਰੀ ਨਹੀਂ ਮੈਂ ਹੀ ਹੋਵਾਂ। ਮੈਂ ਕਹਿੰਦਾ ਜਿਹਨੂੰ ਹਾਊਸ ਇਕੱਠਾ ਚੁਣ ਲਵੇ, ਆਇਨੀ ਹਾਊਸ ਕਾਲ ਹੋਏ, ਉਹਦੇ ਵਿੱਚ ਜਿਹਨੂੰ ਹਾਊਸ ਚੁਣਦਾ, ਅਗਰ ਮੈਨੂੰ ਦੁਬਾਰਾ ਚੁਣਦਾ ਤੇ ਮੈਂ ਹਾਊਸ ਲਈ ਸ਼ੁਕਰਗੁਜ਼ਾਰ ਹੋਵਾਂਗਾ। ਅਗਰ ਕਿਸੇ ਹੋਰ ਨੂੰ ਵੀ ਕੋਈ ਹਾਊਸ ਰਾਈਟ ਦੇ, ਹਾਊਸ ਦਾ ਪ੍ਰਿਵਿਲੇਜ ਹੈ। ਓਕੇ ਓਕੇ, ਹਾਂ, ਮਤਲਬ ਕਿ ਇਹ ਹਾਊਸ ਦਾ ਇਖਤਿਆਰ ਹੈ, ਹਾਊਸ ਦਾ ਪ੍ਰਿਵਿਲੇਜ ਹੈ ਔਰ ਇਹ ਜਿਹੜਾ ਇਖਤਿਆਰ ਹੈ ਹਾਊਸ ਕੋਲ ਹੈ, ਜਿਹਨੂੰ ਚੁਣ ਸਕਦਾ ਹੈ। ਲੇਕਿਨ ਚੂँकि ਮੈਂ 20 ਦਸੰਬਰ ਨੂੰ ਰੀਇਲੈਕਟ ਹੋਇਆ ਫਾਰ ਨੈਕਸਟ 3 ਇਅਰਸ, ਮੈਂ ਅਗਲੇ 3 ਸਾਲਾਂ ਵਾਸਤੇ ਮੇਰੀ ਦੂਸਰੀ ਟਰਮ ਬਣਦੀ ਸੀ ਤੇ ਉਸਨੇ ਯੂਨਾਨੀਮਸਲੀ 3 ਸਾਲ ਵਾਸਤੇ ਮੈਨੂੰ ਮੁੰਤਖਬ ਕੀਤਾ ਹੈ। ਮਤਲਬ ਆਮ ਤੌਰ ਤੇ ਸੁਣਿਆ ਕਿ ਜੀ ਇਹ ਵੀ ਜਗ੍ਹਾ ਪ੍ਰੈਸਬਿਟਰੀਅਨ ਚਰਚ ਦੀ ਹੈ, ਇਹ ਵੀ ਕਾਲਜ ਪ੍ਰੈਸਬਿਟਰੀਅਨ ਚਰਚ ਦਾ ਹੈ। ਮਿਸਾਲ ਤੌਰ ਤੇ ਅਸੀਂ ਐਫਸੀ ਕਾਲਜ ਦੀ ਗੱਲ ਕਰਨੇ ਆ, ਪ੍ਰੈਸਬਿਟਰੀਅਨ ਚਰਚ ਦਾ ਹੈ। ਉਹ ਮਿਸ਼ਨ ਹਸਪੀਟਲ ਜੀ ਪ੍ਰੈਸਬਿਟਰੀਅਨ ਚਰਚ ਦਾ ਹੈ। ਇਹ ਜੀ ਜ਼ਰਈ ਜ਼ਮੀਨ ਪ੍ਰੈਸਬਿਟਰੀਅਨ ਚਰਚ ਦੀ ਹੈ। ਇਹ ਜੀਓ ਇਹ ਇੰਨੀਆਂ ਜ਼ਮੀਨਾਂ ਤੁਹਾਡੇ ਕੋਲ ਹੈ ਵੀ ਨਹੀਂ, ਕਿਵੇਂ ਗੱਲਾਂ ਹੀ ਨੇ? ਤੇ ਇਹ ਅਗਰ ਹੈ ਨੇ ਤੇ ਫਿਰ ਕਿੰਨਾ ਕੋਲ ਨੇ? ਅਗਰ ਪ੍ਰੈਸਬਿਟਰੀਅਨ ਚਰਚ ਕੋ ਨਹੀਂ ਗਿਆ ਤੇ ਅਗਰ ਪ੍ਰੈਸਬਿਟਰੀਅਨ ਚਰਚ ਕੋਲ ਨੇ ਹੈ ਤੇ ਫਿਰ ਕਿਆ ਜ਼ਮੀਨਾਂ ਦਾ ਵੀ ਰੌਲਾ ਹੈ ਵੇ? ਮੈਂ ਸਮਝਣਾ ਕਿ ਰੌਲਾ ਨਹੀਂ, ਲੇਕਿਨ ਚूँकि ਜਾਇਦਾਦਾਂ ਪ੍ਰੈਸਬਿਟਰੀਅਨ ਚਰਚ ਦੀਆਂ ਮੌਜੂਦ ਨੇ, ਇਹਦੇ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ ਕਿ ਪ੍ਰੈਸਬਿਟਰੀਅਨ ਚਰਚ ਨੇ ਐਫਸੀ ਕਾਲਜ ਸਟੈਬਲਿਸ਼ ਕੀਤਾ 1864 ਵਿੱਚ। ਐਫਸੀ ਕਾਲਜ ਬਣਿਆ ਔਰ ਐਫਸੀ ਕਾਲਜ ਤੋਂ ਪਹਿਲਾਂ ਰੰਗਮਲ ਮਿਸ਼ਨ ਹਾਈ ਸਕੂਲ ਬਣਿਆ। ਜੀ ਬਿਲਕੁਲ, ਔਰ ਰੰਗਮਲ ਮਿਸ਼ਨ ਹਾਈ ਸਕੂਲ ਨੇ ਜਨਮ ਦਿੱਤਾ ਐਫਸੀ ਕਾਲਜ ਨੂੰ। ਬਿਲਕੁਲ ਠੀਕ, ਜਿਹੜੀ ਅੱਜ ਕੱਲ੍ਹ ਐਫਸੀ ਕਾਲਜ ਚਾਰਟਰਡ ਯੂਨੀਵਰਸਿਟੀ ਹੈ ਜੀ। ਔਰ ਇਹ ਕ੍ਰੈਡਿਟ ਜਿਹੜਾ ਜਾਂਦਾ ਹੈ, ਇਹ ਜਿਹੜਾ ਇਸਤਹਿਕਾਕ ਹੈ, ਹੱਕ ਹੈ, ਇਹ ਪ੍ਰੈਸਬਿਟਰੀਅਨ ਚਰਚ ਦਾ ਹੈ। ਔਰ ਲਾਹੌਰ 'ਚ ਬਹੁਤ ਸਾਰੇ ਜਿਹੜੇ ਸਕੂਲ ਕਾਲਜ ਸਨ
ਜਿਸ ਤਰ੍ਹਾਂ ਯੂਪੀ ਚ ਇਕੱਠਾ ਹੋ ਗਿਆ, ਹੁਣ ਚੁੱਕੇ ਇੱਕ ਪੂਰੇ ਪਾਕਿਸਤਾਨ ਦਾ ਸਟਰਕਚਰ ਬਣ ਗਿਆ। ਜੀ। ਪਹਿਲਾਂ ਲਹਿਦਾ ਕੰਮ ਕਰ ਰਹੇ ਸੀ ਔਰ ਹੁਣ ਚੁੱਕੇ ਇਕੱਠਾ ਚਰਚ ਹੈ, ਜਿਹਦੇ 'ਚ ਸਿਆਲਕੋਟ ਸਾਡੇ CTI 12 ਪੱਥਰ ਸਿਆਲਕੋਟ ਸਕੂਲ ਨੇ, ਮਾਟਨਪੁਰ ਨੇ, ਹਾਜੀਪੁਰਾ ਹੈ ਸਿਆਲਕੋਟ 'ਚ, ਫਿਰ ਪਸਰੂਰ, ਨਾਰੋਵਾਲ, ਮੁਖਤਲਿਫ ਜਗ੍ਹਾ ਤੇ ਜਿਹੜੇ ਸਕੂਲਸ ਨੇ, ਕਾਲਜਿਸ ਨੇ। ਇਹਦੇ 'ਚ ਕੋਈ ਸਕੂਲ ਸਾਡਾ ਇੱਕ ਸਕੂਲ ਸਿਸਟਮ ਹੈ, ਜਿਹੜਾ ਐਜੂਕੇਸ਼ਨ ਬੋਰਡ ਇਸ ਵਕਤ ਉਹ ਸਕੂਲ ਨੂੰ ਚਲਾ ਰਿਹਾ। ਇਹਦੇ 'ਚ ਕੋਈ ਸਕੂਲ ਸਾਰੇ ਜਿਹੜੇ ਨੇ ਉਹ ਜ਼ਰੂਰ ਇੱਕ ਜਾਇਦਾਦਾਂ ਚਰਚ ਦੀਆਂ ਨੇ। ਇਸ ਤਰ੍ਹਾਂ ਸਾਡੇ ਜਿਹੜੇ ਹਸਪੀਟਲ ਨੇ, ਟੈਕਸਲਾ ਹਸਪੀਟਲ, ਆਈ ਹਸਪੀਟਲ ਬੜਾ ਨਾਮਵਰ ਹਸਪੀਟਲ ਹੈ, ਫਿਰ ਮਿਸ਼ਨ ਹਸਪੀਟਲ ਸਿਆਲਕੋਟ ਹੈ, ਫਿਰ UCH ਦੇ ਵਿੱਚ ਵੀ ਬੇਨ ਕਰਦਾਰ ਜਿਹੜਾ ਪ੍ਰੈਸਿਡੈਂਟ ਚਰਚ ਪਾਕਿਸਤਾਨ ਦਾ ਹੈ, ਔਰ ਚੂँਕਿ ਇੱਕ ਯੂਨਾਈਟਿਡ ਅਦਾਰਾ ਹੈ, ਸਾਡੇ ਹੋਰ ਵੀ ਅਲਾਈਜ਼ ਨੇ, ਉਹ ਵੀ ਇਹਦੇ 'ਚ ਸਾਡੇ ਨਾਲ ਮਿਲ ਕੇ ਕੰਮ ਕਰਦੇ ਨੇ। ਔਰ ਫਿਰ ਹੋਰ ਜਿਹੜਾ ਆਪਣਾ ਹਸਪੀਟਲਸ ਨੇ, ਇਹ ਸਾਰੇ ਪ੍ਰੈਸਬਿਟੇਰੀਅਨ ਚਰਚ ਨੇ ਬਣਾਏ ਨੇ। ਔਰ ਅੱਜ ਚੂँਕਿ ਉਹ ਆਪਣੇ ਤੌਰ ਤੇ ਇੱਕ ਮੈਡੀਕਲ ਬੋਰਡ ਹੈ, ਉਹਨੂੰ ਰਨ ਕਰਦਾ ਹੈ ਤਾਂ ਕਿ तमाम ਸਿਸਟਮ ਜਿਹੜਾ ਉਹ ਸਿਸਟਮੈਟਿਕ ਚੱਲਦਾ ਰਹੇ। ਇੱਕ ਸਵਾਲ ਹੈ ਬੜਾ, ਹੁਣ ਤੱਕ ਕਿੰਨੀਆਂ ਜ਼ਮੀਨਾਂ ਜਿਹੜੀਆਂ ਨੇ ਉਹ ਪ੍ਰੈਸਬਿਟੇਰੀਅਨ ਚਰਚ ਦੇ ਮੋਡਰੇਟਰ ਨੇ ਵੇਚੀਆਂ ਨੇ? ਮੈਂ ਸਮਝਦਾ ਕਿ ਸਵਾਲ ਦੀ ਇਸ ਵਕਤ 'ਚ ਬੜੀ ਜ਼ਰੂਰਤ ਸੀ ਔਰ ਤੁਸੀਂ ਬੜਾ ਇਨਸਾਫ ਕੀਤਾ ਹੈ ਇਹ ਸਵਾਲ ਕਰਕੇ। मैं अपनी गल करांगा क्योंकि नहीं, क्योंकि तुसी मॉडरेटर हो। हाँ जी। ते तुसी मेरे सामने बैठे हो, इस करके मैं तानू प्रेसबिटेरियन चर्च दा जिम्मेदार समझदे होया जी बिल्कुल मैं एक सवाल पूछना कि बतौर मॉडरेटर तुसी किन्ने हुण तक मतलब चर्चेस या चर्च दियां लगदियां जेहड़ियां ज़मीनां ने, कई ज़री ज़मीनां भी ने जी बिल्कुल वो किन्नियां वेचियां ने? क्योंकि प्रेसबिटेरियन चर्च दे उत्ते और खास तौर ते जावेद गिल साहब जेहड़े प्रेसबिटेरियन चर्च दे मॉडरेटर ने, उन्हां दे उत्ते इल्जाम मौजूद है कि उन्होंने ज़मीनां वेचियां ने। किन्नियां वेचियां ने? मैं अज ये गल क्लीयर करना चाहना तुहाडी वसातत नाल, तुहाडे वसीले नाल। ये गल मैं पूरी कौम नूं ते प्रेसबिटेरियन चर्च पाकिस्तान तमाम दूरों नज़दीक के पादरी साहबान ते एल्डर साहबान नूं मैं गुज़रे दिनों में एक प्रैस कानफ्रेंस की प्रैस क्लब ते, और उहदे विच मैं ऐलान किया नासर साहब कि अगर कोई 20 साल पुराना भी एग्रीमेंट जिहड़ा कोई सेल डीड प्रेसिडेंट पाकिस्तान ने की है, जिहड़ी मेरी इजाजत नाल होई होवे या मैं बजाते खुद की होवे, अगर वह कोई एक पुरजा लिया के कोई एग्रीमेंट लिया जी कि मैं कोई चर्च प्रॉपर्टी 1 इंच भी सेल की है तो मैं रिस्पॉन्सिबल हाँ उस गल का, मैं उस गल का जवाब दे भी हाँ पूरी कौम नूं, बिलखसूस प्रेसबिटेरियन चर्च नूं। मैं समझना कि इल्ज़ाम जिहड़ा है वो लाना बड़ा आसान है लेकिन उन्होंने प्रूव करना मुश्किल गल है। गुजरे दिनों गुजरांवाले धुले पुलिस स्टेशन एक FIR सी जिहदे विच मैनूं इनवॉल्व किया गया है, जिस तुहानूं गिरफ्तार किया गया है। और उहदी गिरफ्तारी हुई, मैं उहदे च पेश होया, मैं उत्थे 2-3 दिन बकायदा अपनी इन्वेस्टिगेशन फेस की है। तो अगर कोई ऐसा सबूत सन तो मैं समझना कि उन्होंने लोगों को कौम नाल इंसाफ करना चाहिए, वो सबूत लैके पेश होने चाहिए उत्थे। तो फिर तुसीं किस तरह बाहर आए, की होया असल? मैं उससे बिल्कुल एक जिहड़ी FIR सी वो बिल्कुल तो किसी दी प्राइवेट लैंड है, ਉਹਦਾ ਤੇ ਚਰਚ ਨਾਲ ਕੋਈ ਤਲਕ ਹੀ ਕੋਈ ਨਹੀਂ ਜ਼ਮੀਨ ਦਾ। ਕੋਈ ਇੱਕ ਦੁਕਾਨ ਹੈ ਕਿਸੇ ਦੀ, ਕਿਸੇ ਇੱਕ ਇੰਡੀਵਿਜੂਅਲ ਦੀ ਦੁਕਾਨ ਹੈ ਤੇ ਇੰਡੀਵਿਜੂਅਲ ਖਰੀਦਾਰ ਹੈ ਉਹਦਾ, ਔਰ ਨਾ ਕੋਈ ਚਰਚ ਦਾ ਉਹਦੇ ਚ ਗੁਟਾਰ ਨਹੀਂ ਹੈ, ਨਾ ਚਰਚ ਨੇ ਉਹ ਜ਼ਮੀਨ ਵੇਚੀ ਔਰ ਨਾ ਚਰਚ ਦਾ ਕੋਈ ਤਲਕ ਉਸ ਗੱਲ ਨਾਲ। ਉਹ ਜ਼ਮੀਨ ਚਰਚ ਦੀ ਹੈ ਹੀ ਨਹੀਂ, ਚਰਚ ਦਾ ਸਿਰੇ ਤੋਂ ਤਲਕ ਕੋਈ ਨਹੀਂ ਉਸ ਗੱਲ ਨਾਲ। ਮੈਂ ਕਹਿੰਦਾ ਕਿ ਅਗਰ 100 ਸਾਲ ਤੱਕ ਵੀ उस दुकान की मलकीयत चर्च की निकल आवे तो मैं फिर भी जिम्मेदार हाँ। मैं समझना कि मेरे नाल एक बड़ी वड्डी ज्यादती की गई। मैं 28 साल तो नहीं ये गल जिहड़ी है देखो मॉडरेटर साहब, ये साडे मेरे लिए शॉक्ड है और ये न्यूज़ है मेरे लिए। असीं लोकां लिए न्यूज़ ब्रेक कर रहे हैं, तुसीं मेरे लिए न्यूज़ ब्रेक कर रहे हो कि उहदा चर्च नाल तलक ही कोई नहीं। मैं कहना जी सिरे तो कोई तलक नहीं, अगर तलक को साबित कर देवे। अच्छा इहदे इलावा चलो किसी दी जाती ला लो, तो क्या जाती तौर ते तुसीं उहदे च इन्वॉल्व हो? मैं जाती तौर ते मेरी उहदे च कोई गवाही मौजूद होवे मैं फिर भी इन्वॉल्व समझांगा। मैं उन्होंने कहा सी जिहड़े लोग शामिल ने, मैं क्या अगर गुजरे 2 साल च मेरा टैलीफोनिकली किसी ने कॉल भी हुई मैं फिर भी उहदे च गुनहगार। मैं गल फिर तुहानूं ही क्यों टारगेट किया गया, फ्रेम किया गया? तुसीं समझदे हो, मैं समझना कि अज मैं बड़े अफसोस नाल गल करना चाहांगा तो कुछ तुहाडे चैनल ते बह के गल कर रहा कि साडे जिहड़े नाम निहाद सो कॉल्ड साफी बने ने, और मैं साफी नहीं, मैं उन्होंने ब्लैकमेलर कहांगा। तुसीं मैनूं इस गल दा जवाब दिओ कि अगर मैं तो अपने लाइसेंस वास्ते उत्थे गया, अगर मेरी गिरफ्तारी उत्थे हो जाती है तो 10 मिनट बाद एक बंदा उत्थे अपना कैमरा लैके पहुँच जाता है, तुसीं उहनूं की कह सकते हो? क्या मेरे वो किसी गवर्नमेंट ने नहीं भेजा मेरे खिलाफ जाके भी तुसीं जाके जनाब उत्थे जाके फोटो ला के लियाओ? ਇਹਦਾ मतलब है कि एक ऑलरेडी मेरे खिलाफ प्लान किया गया, मनसूबासाजी की गई ताकि किसी भी शिकरे च मैं बिहाइंड अ बार होवां, सलाखां दे पिछे होवां। मैं समझदा कि
ਮੈਂ ਚूंकि ਕਿਸੇ ਨੂੰ ਨੋਮੀਨੇਟ ਇਸ ਲਈ ਨਹੀਂ ਕਰ ਸਕਦਾ ਕਿਉਂਕਿ ਬਹੁਤ ਸਾਰੇ ਲੋਕ ਨੇ ਕਿਉਂਕਿ ਅਗਰ ਮੈਂ ਕਿਸੇ ਨੂੰ ਇੰਜ ਨਾ ਬਾਈ ਨੇਮ ਕਰ ਦੇਵਾਂਗਾ ਤਾਂ ਮੈਂ ਸਮਝਾਂਗਾ ਕਿ ਬਗੈਰ ਐਵੀਡੈਂਸ ਤੋਂ ਬਗੈਰ ਨਹੀਂ ਗੱਲ ਕਰਦਾ ਕਿਉਂਕਿ ਮੇਰੇ ਕੋਲ ਐਸਾ ਕੋਈ ਸਬੂਤ ਮੌਜੂਦ ਨਹੀਂ ਕਿ ਮੈਂ ਕਿਸੇ ਨੂੰ ਬਾਈ ਨੇਮ ਕਰਾਂ ਲੇਕਿਨ ਮੈਂ ਸਮਝਣਾ ਮੈਂ ਇਹ ਕਹਿ ਸਕਣਾ ਕਿ ਲੋਕ ਚਰਚ ਦੇ ਲੋਕ ਨੇ ਚਰਚ ਦੇ ਕੰਸਰਨ ਲੋਕ ਨੇ ਤੇ ਜਮਹੂਰੀ ਚ ਸਾਰੇ ਲੋਕ ਜੱਜ ਨੇ ਫੈਸਲੇ ਚ ਕੀ ਕਿਹਾ ਛੱਡੋ ਗੱਲਾਂ ਹਾਂਜੀ ਜੱਜ ਨੇ ਬੜਾ ਇਹ ਵੀ ਅੱਛਾ ਜੱਜ ਨੇ ਆਪਣੇ ਫੈਸਲੇ 'ਚ ਇਹ ਕਿਹਾ ਹੈ ਕਿ ਜਿਹੜਾ ਮੁਦਈ ਸੀ ਉਹ ਖੁਦ ਅਪੀਲ ਹੋਇਆ ਔਰ ਪੁਲਿਸ ਨੇ ਆਪਣੀ ਇਨਵੈਸਟੀਗੇਸ਼ਨ ਪੂਰੀ ਕੀਤੀ ਹੈ ਉਹਨੇ ਕਿਹਾ ਜੀ ਕਿ ਉਹਨਾਂ ਮੈਨੂੰ ਬੇਗੁਨਾਹ ਕਰਾ ਦਿੱਤਾ ਔਰ ਜੱਜ ਨੇ ਫੈਸਲਾ ਲਿਆ ਹੈ ਕਿ ਜਿਹੜਾ ਮੁਦਈ ਪੇਸ਼ ਹੋਇਆ ਹੈ ਔਰ ਉਹਨੇ ਕਿਹਾ ਹੈ ਕਿ ਮੈਨੂੰ ਜਿਹੜਾ ਅਕਿਊਜ਼ਡ ਹੈ ਜਿਹੜਾ ਮੁਲਜ਼ਮ ਹੈ ਉਹਦੀ ਇਨੋਸੈਂਸ ਤੇ ਉਹਦੀ ਮਾਸੂਮੀਅਤ ਔਰ ਬੇਗੁਨਾਹੀ ਤੇ ਜ਼ਰਾ ਪਰ ਸ਼ੱਕ ਨਹੀਂ ਲਿਹਾਜ਼ਾ ਉਹ ਮੁਦਈ ਕਹਿ ਰਿਹਾ ਕਿ ਇਹਨਾਂ ਨੂੰ ਬਰੀ ਕਰੋ ਮੇਰੇ ਨਾਲ ਕੋਈ ਲੈਣ ਦੇਣ ਨਹੀਂ ਨਾ ਕੋਈ ਮਾਮਲਾ ਨਾ ਮੇਰਾ ਵਾਸਤਾ ਹੈ ਇਹਨੂੰ ਬਰੀ ਕਰੋ ਡਿਸਚਾਰਜ ਕਰੋ ਮੇਰਾ ਇਤਰਾਜ਼ ਕੋਈ ਨਹੀਂ ਤਾਂ ਜੱਜ ਨੇ ਮੈਨੂੰ ਬਾਇਜ਼ਤ ਬਰੀ ਕੀਤਾ ਔਰ ਲਿਆ ਹੈ ਕਿ ਅਕਿਊਜ਼ਡ ਦੀ ਇਨੋਸੈਂਸ ਤੇ ਉਹਦੀ ਮਾਸੂਮੀਅਤ ਤੇ ਬੇਗੁਨਾਹੀ ਤੇ ਫੈਸਲਾ ਤੁਸੀਂ ਮੈਨੂੰ ਦਿਓਗੇ ਜੀ ਮੈਂ ਹੁਣੇ ਤੁਹਾਡੇ ਸਾਹਮਣੇ ਪੇਸ਼ ਕਰ ਸਕਦਾ ਇਸ ਤੋਂ ਜ਼ਿਆਦਾ ਵੱਡੀ ਗੱਲ ਕੋਈ ਨਹੀਂ ਹੁੰਦੀ ਮੋਡਰੇਟਰ ਸਾਹਿਬ ਮੇਰੇ ਅੱਜ ਦਾ ਸੈਸ਼ਨ ਇੰਨਾ ਹੀ ਕਾਫੀ ਹੈ ਤੁਹਾਡੀ ਬੜੀ ਮਿਹਰਬਾਨੀ ਤੁਸੀਂ ਤਸ਼ਰੀਫ ਲਿਆਏ ਨੈਸ਼ਨਲ ਨਿਊਜ਼ ਦਾ ਕੈਮਰਾ ਤੁਹਾਡੇ ਅੱਗੇ ਹਾਜ਼ਰ ਹੈ ਤੁਸੀਂ ਪੂਰੀ ਜਿੱਥੇ ਜਿੱਥੇ ਸੁਣਨ ਵੇਖਣ ਵਾਲੇ ਨੈਸ਼ਨਲ ਨਿਊਜ਼ ਵਾਲੇ ਮੌਜੂਦ ਨੇ ਤੁਸੀਂ ਉਹਨਾਂ ਨਾਲ ਆਪਣੀ ਗੱਲ ਕਰ ਸਕਦੇ ਹੋ ਦਿਲ ਦੀ ਆਖਰ ਦੇ ਵਿੱਚ ਮੈਂ ਇੱਕ ਇਹ ਪੈਗਾਮ ਆਪਣੇ तमाम ਦੋਸਤਾਂ ਨੂੰ ਭਰਾਵਾਂ ਨੂੰ ਦੇਣਾ ਚਾਹਾਂਗਾ ਜਿਹੜੇ ਮੇਰੇ ਖਿਲਾਫ ਨੇ ਜਾਂ ਜਿਹੜੇ ਮੇਰੇ ਹੱਕ ਵਿੱਚ ਨੇ ਉਹਨਾਂ ਸਾਰਿਆਂ ਲਈ ਕਿ ਅਸੀਂ ਚਰਚ 'ਚ ਖਿਦਮਤ ਕਰ ਰਹੇ ਹਾਂ ਅਸੀਂ ਖੁਦਾ ਦੇ ਖਾਦਮ ਹੁੰਦੇ ਹੋਇਆ ਔਰ ਮੈਂ ਸਮਝਦਾ ਕਿ ਮੈਂ ਉਹਨਾਂ ਦਾ ਜ਼ਿਆਦਾ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਮੇਰੀ ਮੁਖਾਲਫਤ ਕੀਤੀ ਜਾਂ ਮੇਰੇ ਲਈ ਕੰਮ ਕੀਤਾ ਹੈ ਮੈਂ ਸਮਝਦਾ ਕਿ ਮੈਨੂੰ ਇਹਦੇ 'ਚ ਬੜੀ ਕਲੈਰਿਟੀ ਮਿਲੀ ਹੈ ਮੈਂ ਉਹਨਾਂ ਦੇ ਇਸ ਕੰਮ ਕਰਨ ਨਾਲ ਮੈਂ ਸਗੋਂ ਆਪਣੇ ਆਪ ਨੂੰ ਕਲੀਅਰ ਕਰ ਪਾਇਆ ਔਰ ਮੈਂ ਪਹਿਲੇ ਤੋਂ ਜ਼ਿਆਦਾ ਮਜ਼ਬੂਤ ਹੋ ਗਿਆ ਕਿ ਮੈਂ ਆਪਣੇ ਆਪ ਨੂੰ ਇਸ ਵਕਤ ਜ਼ਿਆਦਾ ਮਜ਼ਬੂਤ ਔਰ ਜ਼ਿਆਦਾ ਕਲੀਅਰ ਸਮਝਣਾ ਅਗਰ ਜੋ ਮੇਰੇ 'ਤੇ ਇਲਜ਼ਾਮ ਸੀ ਅਗਰ ਉਹ ਜਿਹੜਾ ਲਾਇਆ ਗਿਆ ਸੀ ਅਗਰ ਉਹ ਪ੍ਰੂਵ ਹੀ ਨਹੀਂ ਹੋ ਸਕਿਆ ਲੈ ਕੇ ਨਹੀਂ ਆ ਸਕਿਆ ਤੇ ਮੈਂ ਸਮਝਣਾ ਕਿ ਇਹ ਮੈਂ ਉਹਨਾਂ ਦਾ ਵੀ ਸ਼ੁਕਰਗੁਜ਼ਾਰ ਹਾਂ ਮੈਂ ਉਹਨਾਂ ਲਈ ਦੁਆ ਗੋਆਂ ਕਿ ਜਿਹੜੇ ਮੇਰੇ ਹੱਕ 'ਚ ਨੇ ਮੇਰੇ ਨਾਲ ਨੇ ਜਾਂ ਜਿਹੜੇ ਮੇਰੇ ਨਹੀਂ ਨਾਲ ਮੈਂ ਉਹਨਾਂ ਲਈ ਵੀ ਦੁਆ ਗੋਆਂ ਮੈਂ ਅੱਜ ਇਹ ਪੈਗਾਮ ਦੇਣਾ ਚਾਹੁੰਦਾ ਕਿ ਜਿੰਨੇ ਵੀ ਫੈਕਸ਼ਨਸ ਨੇ ਪ੍ਰੈਸਬੀਟੇਰੀਅਨ ਚਰਚ ਪਾਕਿਸਤਾਨ ਦੇ ਜਿੰਨੇ ਵੀ ਨੇ 1 2 3 ਆਓ ਅਸੀਂ ਮਿਲ ਕੇ ਤੇ ਆਪਣੇ ਚਰਚ ਦੀ ਸਾਲਮੀਅਤ ਲਈ ਸੋਲੀਡੈਰਿਟੀ ਲਈ ਉਹਦੇ ਇਕੱਠੇ ਹੋਣ ਲਈ ਉਹਦੀ ਯਕਜਹਿਤੀ ਲਈ ਉਹਦੀ ਸਲਾਮਤੀ ਲਈ ਔਰ ਚਰਚ ਦੀ ਯੂਨਿਟੀ ਲਈ ਮਿਲ ਕੇ ਕੰਮ ਕਰੀਏ ਅਸੀਂ ਆਪਣੇ ਆਪ ਨੂੰ ਪੇਸ਼ ਕਰੀਏ ਕਿ ਅਸੀਂ ਆਪਣੇ ਆਪ ਨੂੰ ਪਿੱਛੇ ਘਟਾਈਏ ਤੇ ਅਸੀਂ ਖੁਦਾ ਦੇ ਨਾਮ ਨੂੰ ਜਲਾਲ ਦੇਣ ਲਈ ਅਸੀਂ ਚਰਚ ਨੂੰ ਅੱਗੇ ਰੱਖੀਏ ਕਿ ਆ ਚਰਚ ਨੂੰ ਇਕੱਠਾ ਕਰਕੇ ਚਰਚ ਨੂੰ ਯੂਨਾਈਟ ਕਰਕੇ ਅਸੀਂ ਮਿਲ ਕੇ ਤੇ ਆਪਣੇ ਨਾ ਸਿਰਫ ਆਪਣੇ ਚਰਚ ਲਈ ਬਲਕਿ ਆਪਣੇ ਮੁਲਕ ਲਈ ਆਪਣੀ ਕੌਮ ਲਈ ਵਤਨ ਅਜ਼ੀਜ਼ ਲਈ ਵੀ ਅਸੀਂ ਤਰੱਕੀ ਤੇ ਸਲਾਮਤੀ ਦਾ ਸਬਬ ਬਣੀਏ ਜਿਹੜੇ ਸਾਡੇ ਅਦਾਰੇ ਨੇ ਸਾਡਾ ਫਖਰ ਨੇ ਅਸੀਂ ਉਹਨਾਂ ਲਈ ਵੀ ਆਪਣਾ ਕਿਰਦਾਰ ਅਦਾ ਕਰੀਏ ਤੇ ਮੈਂ ਖਾ ਕੋਈ ਸਹਾਫੀ ਹੈ ਕੋਈ अपना कोई जर्नलिस्ट है कोई और कोई सिविल सोसाइटी के लोग ने कोई दोस्त ने कोई ਜਿਹੜੇ ਵੀ अपने अच्छी शोहरत रखते हैं या नहीं रखते मैं ਉਹਨਾਂ ਦਾ ਵੀ ਸ਼ੁਕਰਗੁਜ਼ਾਰ ਹਾਂ ਮੈਂ ਉਹਨਾਂ ਲਈ ਵੀ ਦੁਆ ਗੋ ਮੈਂ ਸਮਝਦਾ ਕਿ ਜਿਨ੍ਹਾਂ ਲੋਕਾਂ ਨੇ ਕੀਤਾ ਹੈ ਮੈਂ ਉਹਨਾਂ ਨੂੰ ਬਤੌਰ ਖੁਦਾ ਦੇ ਖਾਦਮ ਹੁੰਦੇ ਆਇਆ ਮੈਂ ਉਹਨਾਂ ਲਈ ਮਾਫੀ ਦਾ ਆਪਣੇ ਅੰਦਰ ਦਰਦ ਰੱਖਣਾ ਮੈਂ ਮਾਫੀ ਦੀ ਸੋਚ ਰੱਖਣਾ ਔਰ ਮੈਂ ਉਹਨਾਂ ਲਈ ਦੁਆ ਗੋ ਵੀ ਹਾਂ ਕਿ ਖੁਦਾਵੰਦ ਉਹਨਾਂ ਨੂੰ ਵੀ ਸਹੀ ਜਿਹੜੀ ਗੱਲ ਕਰਨ ਦਾ ਜਿਹੜਾ ਉਹ ਫਜ਼ਲ ਦੇਵੇ ਕਿ ਉਹ ਵੀ ਸੱਚੀ ਗੱਲ ਕਰਨ ਮੈਂ ਸਮਝਣਾ ਕਿਸੇ ਦੇ ਕਹਿਣ ਤੇ ਕਿਸੇ ਦਾ ਇਲਜ਼ਾਮ ਲਾ ਦੇਣਾ ਜਾਂ ਕਿਸੇ ਦੇ ਬਾਰੇ ਗੱਲ ਕਰ ਦੇਣਾ ਇਹ ਕੋਈ ਮੁਨਾਸਬ ਨਹੀਂ ਜਿਹੜਾ ਸਾਡਾ ਜ਼ਮੀਰ ਨਹੀਂ ਕਹਿੰਦਾ ਉਹ ਸਾਨੂੰ ਉਹ ਗੱਲ ਨਹੀਂ ਕਰਨੀ ਚਾਹੀਦੀ ਬਹੁਤ ਸ਼ੁਕਰੀਆ ਨੈਸ਼ਨਲ ਨਿਊਜ਼ ਦਾ ਮੈਂ ਸ਼ੁਕਰਗੁਜ਼ਾਰ ਹਾਂ तमाम ਸਟਾਫ ਦਾ ਸ਼ੁਕਰਗੁਜ਼ਾਰ ਹਾਂ ਨਾਸਰ ਭਾਈ ਮੈਂ ਤੁਹਾਡਾ ਸ਼ੁਕਰਗੁਜ਼ਾਰ ਹਾਂ ਔਰ ਮੈਂ ਦੁਆ ਗੋਆਂ ਕਿ ਖੁਦਾਵੰਦ ਤੁਹਾਡੀ ਇਸ ਖਿਦਮਤ ਨੂੰ ਜਿਹੜੀ ਤੁਸੀਂ ਸਾਰਾ ਅੰਜਾਮ ਦੇ ਰਹੇ ਹੋ ਬਤੌਰ ਆਪਣੇ ਇੱਕ ਚੈਨਲ ਦੇ ਜ਼ਰੀਏ ਖੁਦਾਵੰਦ ਹੋਰ ਇਹਨੂੰ ਵੱਡਿਆਂ ਕਰੇ ਹੋਰ ਵਧਾਵੇ ਤਾਂ ਤੁਸੀਂ ਬਹੁਤ ਜ਼ਿਆਦਾ ਖੁਦਾ ਦੇ ਨਾਮ ਨੂੰ ਜਲਾਲ ਦੇ ਸਕੋ ਥੈਂਕ ਯੂ ਸੋ ਮਚ ਗਾਡ ਬਲੈਸ ਯੂ ਥੈਂਕ ਯੂ ਸਰ ਨਾਜ਼ਰੀਨ ਤੁਸੀਂ ਅੱਜ ਪ੍ਰੈਸਬੀਟੇਰੀਅਨ ਚਰਚ ਦੇ ਮੋਡਰੇਟਰ ਜਨਾਬ ਜਾਵੇਦ ਗਿੱਲ ਸਾਹਿਬ ਦੀ ਸਾਰੀ ਗੁਫ਼ਤਗੂ ਸੁਣੀ ਅਸੀਂ ਉਹਨਾਂ ਨਾਲ ਹਰ ਉਹ ਸਵਾਲ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਹੜਾ ਹਰ ਇੱਕ ਮਸੀਹੀ ਦੇ ਦਿਲ ਦੇ ਵਿੱਚ ਹੈ ਖਾਸ ਤੌਰ ਤੇ ਪ੍ਰੈਸਬੀਟੇਰੀਅਨ ਚਰਚ ਦੇ ਕਿਸੇ ਮੈਂਬਰ ਜਾਂ ਪਾਦਰੀ ਸਾਹਿਬ ਜਾਂ ਜਿੰਨੇ ਵੀ ਗਰੁੱਪਸ ਨੇ ਉਹਨਾਂ ਦੇ ਦਿਲ ਦੇ ਵਿੱਚ ਹੋਏਗਾ ਅਗਰ ਕਿਸੇ ਨੂੰ ਇਹਨਾਂ ਦੀ ਕਿਸੇ ਗੱਲ ਨਾਲ ਇਖਤਲਾਫ ਹੋਵੇ ਜਿਸ ਤਰ੍ਹਾਂ ਉਹਨਾਂ ਨੇ ਆਖਿਆ ਕਿ ਉਹ ਉਹਨਾਂ ਨਾਲ ਗੱਲ ਕਰ ਸਕਦੇ ਨੇ ਔਰ ਅਗਰ ਕੋਈ ਉਹਨਾਂ ਨਾਲ ਗੱਲ ਨਾ ਕਰਨਾ ਚਾਹੁੰਦਾ ਹੋਵੇ ਤਾਂ ਨੈਸ਼ਨਲ ਨਿਊਜ਼ ਦੀ ਸਕਰੀਨ ਉਹਨਾਂ ਲਈ ਵੀ ਓਨੀ ਹੀ ਹਾਜ਼ਰ ਹੈ ਔਰ ਅਸੀਂ ਉਹਨਾਂ ਨੂੰ ਵੀ ਮੌਕਾ ਦੇਵਾਂਗੇ ਲੇਕਿਨ ਮੇਰੀ ਗੁਜ਼ਾਰਿਸ਼ ਇਹ ਵੇ ਕਿ ਨੈਸ਼ਨਲ ਨਿਊਜ਼ ਦੇ ਉੱਤੇ ਗੱਲ ਕਰਨ ਵਾਸਤੇ ਜਿਸ ਤਰ੍ਹਾਂ ਮੈਂ ਉਹਨਾਂ ਕੋਲ ਫੈਸਲੇ ਦੀ ਕਾਪੀ ਮੰਗੀ ਸਬੂਤ ਮੰਗੇ ਨੇ ਇਸ ਤਰ੍ਹਾਂ ਸਾਰੇ ਲੋਕ ਸਬੂਤ ਦੇ ਨਾਲ ਤਸ਼ਰੀਫ ਲਿਆਉਣ ਔਰ ਬਿਹਤਰ ਇਹ ਵੇ ਕਿ ਅਗਰ ਕਿਧਰੇ ਕੋਈ ਗੱਲ ਹੈ ਵੇ ਔਰ ਖਾਸ ਤੌਰ ਤੇ ਚਰਚਿਸ ਦੇ ਦਰਮਿਆਨ ਦੇ ਅੰਦਰ ਕੋਈ ਗੱਲ ਹੈ तो चर्चिज़ दी बॉडीज़ के अंदर चर्चिज़ दी बिल्डिंग्स के अंदर चर्चिज़ के जोड़े मैंबरस ने उन्होंने दरम्यान जोड़ा है उन्होंने क्लीयर किया जाए
ਨਾ ਕਿ ਉਹਨੂੰ ਤਮਾਸ਼ਾ ਬਣਾਇਆ ਜਾਏ, ਕਿਉਂਕਿ ਖੁਦਾਵੰਦ ਯਿਸੂ ਮਸੀਹ ਦਾ ਨਾਂ ਜਿਹੜਾ ਹੈ ਉਹ ਤਮਾਸ਼ੇ ਵਾਸਤੇ ਨਹੀਂ ਹੈ, ਨਿਜਾਤ ਵਾਸਤੇ ਬੁਲਾਇਆ ਗਿਆ ਹੈ। ਸੋ ਸਲੀਬ ਦਾ ਪੈਗਾਮ ਜਿਹੜਾ ਹੈ ਉਹ ਨਿਜਾਤ ਦਾ ਹੈ, ਸਲੀਬ ਦਾ ਪੈਗਾਮ ਜਿਹੜਾ ਹੈ ਉਹ ਮੁਹੱਬਤ ਦਾ ਹੈ, ਸਲੀਬ ਦਾ ਪੈਗਾਮ ਜਿਹੜਾ ਹੈ ਉਹ ਅਕਲਮੰਦੀ ਦਾ ਹੈ, ਬੇਵਕੂਫੀ ਦਾ ਨਹੀਂ ਹੈ, ਕਿਉਂਕਿ ਖੁਦਾ ਜਿਹੜਾ ਹੈ ਉਹ ਅਕਲਮੰਦਾਂ ਦਾ ਖੁਦਾ ਹੈ। ਖੁਦਾ ਜਿਹੜਾ ਹੈ ਉਹ ਲੋਕਾਂ ਨੂੰ ਮੁਆਫ ਕਰਨ ਵਾਲਿਆਂ ਦਾ ਖੁਦਾ ਹੈ। ਔਰ ਖਾਸ ਤੌਰ ਤੇ ਜਦੋਂ ਅਸੀਂ ਚਰਚ ਦੀ ਗੱਲ ਕਰਨੇ ਆ, ਚਰਚ ਦੇ ਵਿੱਚ ਅਸੀਂ ਇਹ ਜਾਣੀਏ ਕਿ ਹਰ ਕੋਈ ਜਿਹੜਾ ਹੈ ਉਹ ਮੇਰੇ ਨਾਲੋਂ ਇੱਜ਼ਤ ਦੇ ਵਿੱਚ ਦੂਸਰਾ ਜਿਹੜਾ ਹੈ ਉਹ ਜਾਣੇ ਵੀ ਉਹ ਵੱਧ ਹੈ। ਔਰ ਅਗਰ ਅਸੀਂ ਇਸ ਤਰ੍ਹਾਂ ਜਾਣਾਂਗੇ ਤਾਂ ਫਿਰ ਜਿਹੜੇ ਇਖਤਲਾਫਾਤ ਨੇ ਉਹ ਘਟਦਿਆਂ ਜ਼ੀਰੋ ਹੋ ਜਾਣਗੇ ਔਰ ਅਬਲੀਸ ਜਿਹੜਾ ਹੈ ਉਹਨੂੰ ਸ਼ਰਮਿੰਦਗੀ ਹੋਏਗੀ। ਅਸੀਂ ਆਓ ਇੱਕ ਦੂਜੇ ਨੂੰ ਸ਼ਰਮਿੰਦਾ ਕਰਨ ਦੀ ਬਜਾਏ ਅਬਲੀਸ ਨੂੰ ਸ਼ਰਮਿੰਦਾ ਕਰੀਏ। ਅੱਜ ਦੀ ਗੱਲ ਨੂੰ ਇੱਥੇ ਮੁਕਾਉਂਦੇ ਹਾਂ। ਰੱਬ ਰੱਖਾ।